ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਛੋਟੀ ਜਿਹੀ ਅਸੀਂ ਆਪਣੇ ਵੱਲੋਂ ਅਪੀਲ ਕਰਨੀ ਚਾਹੁੰਦੇ ਹਾਂ। ਗਿਆਨੀ ਭਾਈ ਹਰਪ੍ਰੀਤ ਸਿੰਘ ਸਾਹਿਬ ਜੀ ਜਥੇਦਾਰ ਅਕਾਲ ਤਖਤ ਸਾਹਿਬ ਤੇ ਬਹੁਤ ਰਿਸਪੈਕਟਡ ਪੋਜੀਸ਼ਨ। ਇੱਕ ਇਹ ਸਾਡੀ ਸਾਰਿਆਂ ਤੋਂ ਕਹਿ ਲਓ ਭਈ ਪੋਲੀਟੀਕਲ ਤੌਰ 'ਤੇ ਇਹ ਤੋਂ ਵੱਡੀ ਪੋਜੀਸ਼ਨ ਕੋਈ ਹੈ ਨਹੀਂ ਦੁਨੀਆ ਵਿੱਚ। ਅਸੀਂ ਸਾਰੇ ਅਕਾਲ ਤਖਤ ਸਾਹਿਬ ਨੂੰ ਦੇਖਦੇ ਹਾਂ ਡਾਇਰੈਕਸ਼ਨ ਲਈ, ਅਤੇ ਕਿਹੜਾ ਨੈਕਸਟ ਮੂਵ ਹੋਊਗਾ ਆਪਣੀ ਪੋਲੀਟੀਕਲ ਲਾਈਫ ਦੇ ਵਿੱਚ ਜਾਂ ਆਪਣੀ ਪੰਥਕ ਇਸ਼ੂ 'ਤੇ। ਅਤੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਭਾਈ ਸਾਹਿਬ ਤੁਸੀਂ ਇੱਕ ਬਿਆਨ ਦਿੱਤਾ ਭਈ ਇਹ ਜਿਹੜਾ ਕਿਸਾਨਾਂ ਦਾ ਮਸਲਾ ਆ ਇਹਦੇ ਵਿੱਚ ਤੁਸੀਂ ਇੰਟਰਵੀਨ ਨਹੀਂ ਕਰ ਸਕਦੇ ਕਿਉਂਕਿ ਇਹ ਸਿੱਖ ਸਿਧਾਂਤਾਂ 'ਤੇ ਜਾਂ ਕੋਈ ਧਰਮ ਦਾ ਮਸਲਾ ਨਹੀਂ ਗਾ। ਅਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਾਡਾ ਧਰਮ ਹੈਗਾ ਸਿੱਖ, ਅਤੇ ਸਿੱਖ ਹਰ ਵਾਰੀ ਜਦੋਂ ਵੀ ਇਨਸਾਨੀਅਤ 'ਤੇ ਕੋਈ ਇੱਦਾਂ ਦੇ ਮਸਲੇ ਆਉਂਦੇ ਆ ਹਰ ਵਾਰੀ ਸਿੱਖ ਉਹਨਾਂ ਨਾਲ ਖੜ੍ਹੇ ਹੁੰਦੇ ਆ ਜਿਹੜੇ ਭਈ ਵੱਡੀਆਂ ਤਾਕਤਾਂ ਜਿਹਨੂੰ ਇਹਨਾਂ ਛੋਟੇ ਕਿਸਾਨਾਂ ਜਾਂ ਬੰਦਿਆਂ ਨੂੰ ਦਬਾਉਂਦੇ ਆ। ਸਾਡਾ ਇਤਿਹਾਸ ਹੀ ਇਹੀ ਆ। ਇੱਕ ਪਾਸੇ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਆ, ਸਿੱਖ ਆ, ਹਿੰਦੂ ਹੋਊਗੇ, ਈਸਾਈ ਹੋਊਗੇ, ਅਤੇ ਦੂਜੇ ਪਾਸੇ ਹਿੰਦੁਸਤਾਨ ਦੇ ਵੀ ਕਹਿ ਲਓ, ਇੰਡੀਆ ਦੇ ਵੀ ਹੋਰ ਬਹੁਤ ਕਿਸਾਨ ਆ। ਅਤੇ ਜਿਹੜੀ ਸਾਡਾ ਧਰਮ ਸਾਡਾ ਹੈਗਾ ਇਨਸਾਨੀਅਤ, ਤੁਸੀਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ। ਹੁਣ ਇੱਕ ਸਰਬੱਤ ਹੈਗਾ ਕਿਸਾਨਾਂ ਦਾ ਸਰਬੱਤ। ਜਿਹੜੇ ਮੈਜੋਰਟੀ ਜ਼ਿਆਦਾ ਕਿਸਾਨ ਆ ਇੰਡੀਆ ਵਿੱਚ ਉਹ ਹੈਗੇ ਆ ਥੋੜ੍ਹੇ ਜ਼ਮੀਨ ਵਾਲੇ, ਜ਼ਿਆਦਾ ਜ਼ਮੀਨ ਵਾਲੇ ਨਹੀਂ। ਜਿਹੜੇ ਇਸ ਵੇਲੇ ਠੰਡ 'ਚ ਬੈਠੇ ਆ ਮਹੀਨਾ ਡੇਢ ਮਹੀਨਾ ਹੋ ਗਿਆ, ਮੀਂਹ ਕਿਆ ਬਾਰਿਸ਼ ਪਈ ਆ, ਉਹ ਵੀ ਇੱਕ ਇਨਸਾਨ ਆ। ਪਹਿਲਾਂ ਇਨਸਾਨ ਆ, ਫਿਰ ਕਿਸਾਨ ਆ, ਫਿਰ ਉਹਦਾ ਧਰਮ ਆ। ਅਤੇ ਇਨਸਾਨ ਦੇਖ ਕੇ ਸਾਨੂੰ ਕੁਛ ਕਰਨਾ ਚਾਹੀਦਾ। ਸਾਡੇ ਸੇਵਾਦਾਰ ਉੱਥੇ ਲੱਗੇ ਹੋ ਸਾਰੀ ਦੁਨੀਆ ਤੋਂ ਆ ਕੇ, ਸਾਰੇ ਇੰਡੀਆ ਤੋਂ ਆ ਕੇ ਹਰ ਤਰ੍ਹਾਂ ਦੇ ਜਥੇਬੰਦੀਆਂ ਸਿੱਖਾਂ ਦੀਆਂ ਚੜ੍ਹਦੀ ਕਲਾਂ ਸੇਵਾ ਕਰ ਰਹੀਆਂ। ਉਹ ਨਹੀਂ ਦੇਖਿਆ ਵੀ ਇਕੱਲੇ ਇਹ ਸਿੱਖਾਂ ਲਈ ਲੰਗਰ ਆ, ਉਹ ਸਾਰੇ ਲੰਗਰ ਚੱਲ ਰਿਹਾ ਕਿਉਂਕਿ ਇੱਕ ਵੱਡਾ ਜ਼ੁਲਮ ਹੋ ਰਿਹਾ ਨਾ ਉੱਪਰ ਕਿਸਾਨਾਂ ਉੱਪਰ। ਅਤੇ ਜੇ ਸਾਡੇ ਜਥੇਦਾਰ ਸਾਹਿਬ ਇਹਦੇ ਉੱਪਰ ਨਹੀਂ ਇੰਟਰਵੀਨ ਕਰਦੇ ਫਿਰ ਕੌਣ ਕਰੂਗਾ। ਅਤੇ ਇਹਦੇ ਵਿੱਚ ਇੱਕ ਮੈਨੂੰ ਹੋਰ ਵੀ ਚੀਜ਼ ਇੱਕ ਯਾਦ ਆਪਣੀ ਹਿਸਟਰੀ ਵਿੱਚ ਯਾਦ ਆ ਜਾਂਦੀ ਆ। ਉਹ ਹੈਗੀ ਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਵੇਲੇ ਜੇ ਪੰਜਾਬ ਹੁੰਦੇ ਅਤੇ ਅਦਾਨੀ ਅੰਬਾਨੀ ਵਰਗੇ ਇਸ ਕਰਕੇ ਸਾਡੇ ਪੰਜਾਬੀ ਕਿਸਾਨਾਂ ਨੂੰ ਜਾਂ ਹਰਿਆਣੇ ਵਿੱਚ ਕਿਸਾਨਾਂ ਨੂੰ ਇੱਦਾਂ ਦੀਆਂ ਧਮਕੀਆਂ ਦੇ ਕੇ ਜਾਂ ਉਹਨਾਂ ਨੂੰ ਇੱਦਾਂ ਧੱਕੇਬਾਜ਼ੀ ਕਰ ਸਕਦੇ ਸੀਗੇ? ਨਹੀਂ। ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨ ਦੀ ਰਿਫੋਰਮ ਕੀਤੀ। ਵੱਡੇ ਜ਼ਮੀਨਦਾਰਾਂ ਦੀ ਜਿਹੜੀ ਜ਼ਮੀਨ ਸੀਗੀ, ਜਿਹੜੇ ਨਿੱਕੇ ਕਿਸਾਨ, ਜਿਹੜੇ ਭਈ ਮਜ਼ਦੂਰ, ਜਿਹੜੇ ਭਈ ਆਮ ਸਾਡੇ ਵਰਗੇ ਸੰਗਤ ਆ, ਉਹਨੂੰ ਕਿਹਾ ਜਿੰਨੀ ਤੁਸੀਂ ਵਾਹ ਸਕਦੇ ਉਨੀ ਤੁਹਾਡੀ ਆ। 100 ਖੇਤ ਕੌਣ ਵਾਹੂਗਾ? ਸੋ ਜਿਹੜੇ ਵੱਡੇ ਜ਼ਮੀਨਦਾਰ ਆ ਉਹਨਾਂ ਦਾ ਸਾਹਮਣਾ ਕੀਤਾ ਗਿਆ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ। ਅਤੇ ਉਹਦਾ ਐਗਜ਼ਾਮਪਲ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਚਾਹੀਦਾ। ਸਾਡੇ ਜਥੇਦਾਰ ਸਾਹਿਬਾਂ ਨੂੰ, ਸਾਡੇ ਆਗੂਆਂ ਨੂੰ, ਸਾਡੇ ਕਿਸਾਨ ਆਗੂਆਂ ਨੂੰ, ਸਾਡੀ ਸੰਗਤ ਨੂੰ। ਅਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਇੰਨੇ ਵੱਡੇ ਜ਼ਮੀਨ ਦੇ ਰਿਫੋਰਮ ਕਰਕੇ ਗਏ ਆ ਵੀ ਜਿਹੜੇ ਉਸ ਵੇਲੇ ਛੋਟੇ ਕਿਸਾਨ ਜਾਂ ਕਹਿ ਲਓ ਭਈ ਕਾਫੀ ਜਿੱਦਾਂ ਗਰੀਬੀ ਸੀਗੀ, ਆਮ ਕੋਈ ਜਿਹੜਾ ਬੰਦਾ ਸੀਗਾ, ਪਰਿਵਾਰ ਸੀਗਾ, ਉਹਨੂੰ ਜ਼ਮੀਨ ਨਹੀਂ ਮਿਲਦੀ ਸੀਗੀ। ਉਹਨੂੰ ਜ਼ਮੀਨ ਦਿੱਤੇ, 2 ਖੇਤ ਦਿੱਤੇ, 3 ਖੇਤ ਦਿੱਤੇ, ਵੀ ਇਹਨਾਂ ਕੋਲ 100 150 ਕਿੱਲੇ ਉਹਦੇ ਵੰਡ ਕੇ ਸਾਰਿਆਂ ਨੂੰ ਜਿੱਦਾਂ ਭਈ ਬਰਾਬਰਤਾ ਦਿੱਤੀ ਥੋੜ੍ਹੀ ਜਿਹੀ ਭਈ ਕਿਸਾਨਾਂ ਨੂੰ, ਭਈ ਜਿਹੜੇ ਭਈ ਆਮ ਜਿਹੜੇ ਭਈ ਸੰਗਤ ਆ ਉਹਨੂੰ ਇੱਦਾਂ ਜ਼ੋਰ ਨਾ ਪਵੇ ਇੱਕ ਵੱਡੇ ਜ਼ਮੀਨਦਾਰ ਉਹਨਾਂ 'ਤੇ ਦਬਾਅ ਰੱਖਣ। ਸੋ ਇਹਦੇ ਵਿੱਚ ਇਹੀ ਗੱਲ ਆ ਜਾਂਦੀ ਹੁਣ ਫਿਰ ਜੇ ਬਾਬਾ ਬੰਦਾ ਸਿੰਘ ਬਹਾਦਰ ਇੰਨੇ ਵੱਡੇ ਵੀ ਕਹਿ ਲਓ ਭਈ ਤੌਰ 'ਤੇ ਰਿਫੋਰਮ ਕਰ ਸਕਦੇ ਆ ਜ਼ਮੀਨ ਦੀ, ਤਾਂ ਅਸੀਂ ਆਪਣੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਬਹੁਤ ਰਿਸਪੈਕਟਡ ਆ, ਤੁਹਾਡੀ ਅਸੀਂ ਰਿਸਪੈਕਟ ਕਰਦੇ ਹਾਂ, ਅਕਾਲ ਤਖਤ ਸਾਹਿਬ ਦੀ ਰਿਸਪੈਕਟ ਕਰਦੇ ਹਾਂ। ਸਾਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਆ ਵੀ ਇਨਸਾਨੀਅਤ ਤੌਰ 'ਤੇ
ਤੁਸੀਂ ਜਿਹੜਾ ਬਿਆਨ ਦਿੱਤਾ ਆ ਭਈ ਇਹ ਸਿੱਖ ਸਿਧਾਂਤ ਦੇ ਨਾਲ ਨਹੀਂ, ਨਾ ਵੀ ਧਰਮ ਦੇ ਨਾਲ ਆ ਮੂਵਮੈਂਟ, ਅਤੇ ਇਹਨੂੰ ਤੁਸੀਂ ਮੁੜ ਕੇ ਤੁਸੀਂ ਮਾੜਾ ਜਿਹਾ ਸੋਚ ਕੇ ਤੁਸੀਂ ਇਹਦੇ ਵਿੱਚ ਜ਼ਰੂਰ ਜਿਹੜਾ ਅੰਦੋਲਨ ਆ ਜਾ ਕੇ ਵਿਜ਼ਿਟ ਕਰੋ, ਆਪਣਾ ਸਪੋਰਟ ਦਿਖਾ ਲਓ ਓਪਨਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੌਰ 'ਤੇ, ਕਿਉਂਕਿ ਜਿਹੜਾ ਆਮ ਕਿਸਾਨ, ਆਮ ਪੰਜਾਬੀ ਆ, ਆਮ ਸਿੱਖ ਆ, ਉਹ ਤੁਹਾਡੇ ਵੱਲ ਦੇਖਦਾ। ਜਿਹੜੇ ਲੰਗਰ ਚੱਲਦੇ ਆ, ਥਾਂ ਥਾਂ ਲੰਗਰ ਚੱਲਦੇ ਦਿੱਲੀ 'ਚ, ਸਾਰੇ ਲਈ ਚੱਲਦੇ ਆ, ਸਾਰੇ ਧਰਮ ਲਈ, ਇਨਸਾਨੀਅਤ ਤੌਰ 'ਤੇ ਚੱਲਦੇ ਆ। ਅਤੇ ਜੇ ਸਾਡੇ ਜਥੇਦਾਰ ਕਹਿ ਰਹੇ ਅੱਜ ਭਈ ਇਹ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਗਾ, ਅਤੇ ਜਿਹੜਾ ਭਈ BJP ਸਰਕਾਰ ਅਤੇ ਕਿਸਾਨਾਂ ਦਾ ਮਸਲਾ ਹਿੰਦੁਸਤਾਨ ਦਾ, ਜਿਹੜੀ ਐਡੀ ਵੱਡੀ ਤਾਕਤ ਆਮ ਬੰਦਿਆਂ ਨੂੰ ਦਬਾ ਰਹੀ ਆ, ਉਹ ਆਮ ਬੰਦੇ ਨਾਲ ਖੜ੍ਹਾ ਹੋਣਾ ਸਾਡਾ ਫਰਜ਼ ਆ। ਇਹ ਸਾਡੀ ਹਿਸਟਰੀ ਆ, ਸਾਡਾ ਇਤਿਹਾਸ ਆ। ਅਸੀਂ ਆਪਣਾ ਇਤਿਹਾਸ ਦੇਖੀਏ, ਉਹੀ ਗੱਲ ਹੋ ਗਈ ਜੀ ਜਿਹੜੀ ਭਈ ਬਾਬਾ ਬੰਦਾ ਸਿੰਘ ਬਹਾਦਰ, ਇੰਨਾ ਚਿਰ ਥੋੜ੍ਹਾ ਹੋਇਆ, 250 ਸਾਲ ਹੋ ਗਿਆ, 300 ਸਾਲ ਹੋ ਗਿਆ ਭਈ ਜਦੋਂ ਭਈ ਰਿਫੋਰਮ ਹੋਏ ਸੀਗੇ। ਸੋ ਅਸੀਂ ਇਨਸਾਨੀਅਤ ਤੌਰ 'ਤੇ ਅਸੀਂ ਆਪਣੇ ਜਿਹੜਾ ਭਈ ਕਹਿ ਲਓ ਭਈ ਜਥੇਦਾਰ ਸਾਹਿਬ ਹੁਣਾਂ ਨੂੰ, ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਪੀਲ ਕਰਦੇ ਹਾਂ ਭਈ ਇਹ ਤੁਸੀਂ ਸਟੇਟਮੈਂਟ ਦੇਵੋ ਭਈ ਤੁਸੀਂ ਕਿਸਾਨਾਂ ਨਾਲ ਖੜ੍ਹੇ ਆ, ਕਿਉਂਕਿ ਇਹ ਵੀ ਨਹੀਂ ਕਹਿ ਸਕਦੇ ਪੋਲੀਟੀਕਲ ਗੱਲ ਆ, ਕਿਉਂਕਿ ਜਥੇਦਾਰ ਦੀ ਪੋਜੀਸ਼ਨ ਵੀ ਪੋਲੀਟੀਕਲ ਆ। ਅਕਾਲ ਤਖਤ ਸਾਹਿਬ ਵੀ ਸਾਡਾ ਮੀਰੀ ਪੀਰੀ ਦਾ ਕੌਨਸੈਪਟ ਆ, ਪਰ ਕਈ ਵਾਰੀ ਉੱਪਰ ਦਬਾਅ ਵੀ ਆ ਜਾਂਦਾ ਭਈ ਤੁਸੀਂ ਬਿਆਨ ਨਹੀਂ ਦੇਣੇ, ਕਿਉਂਕਿ ਜਿਹੜੀ ਕੋਈ ਸ਼ਾਇਦ ਸਰਕਾਰ ਵੀ ਕਹਿੰਦੀ ਤੁਹਾਨੂੰ ਵੀ ਨਾ ਦੇਵੋ ਬਿਆਨ। ਅਸੀਂ ਤਾਂ ਹਾਲ ਤੱਕ ਵੀ ਕਹਿੰਦੇ ਤੁਹਾਡੀ ਰਿਸਪੈਕਟ ਕਰਦੇ, ਅਸੀਂ ਅਕਾਲ ਤਖਤ ਸਾਹਿਬ ਦੀ ਰਿਸਪੈਕਟ ਕਰਦੇ, ਤੁਹਾਡੀ ਪੋਜੀਸ਼ਨ ਦੀ ਰਿਸਪੈਕਟ ਕਰਦੇ, ਪਰ ਤੁਸੀਂ ਇਹ ਜ਼ਰੂਰ ਕਿਸਾਨਾਂ ਨਾਲ ਖੜ੍ਹੇ ਹੋਵੋ। ਸਾਨੂੰ ਵੀ ਹੌਸਲਾ ਹੋਊਗਾ, ਕਿਸਾਨਾਂ ਨੂੰ ਵੀ ਹੌਸਲਾ ਹੋਊਗਾ। ਦੇਖੋ ਕਿੰਨੇ ਹੁਣ ਜਾ ਕੇ ਉੱਥੇ ਸਿੰਗਰ ਵੀ ਗਏ, ਸੈਲੇਬ੍ਰਿਟੀ ਗਏ, ਦੁਨੀਆ ਤੋਂ ਹਰ ਤਰ੍ਹਾਂ ਦਾ ਸਪੋਰਟ ਆ ਰਿਹਾ। ਉੱਥੋਂ ਜਸਟਿਨ ਟਰੂਡੋ ਦਾ ਕੈਨੇਡਾ ਤੋਂ ਵੀ ਆ ਰਿਹਾ, ਪਰ ਸਾਨੂੰ ਚਾਹੀਦਾ ਤੁਹਾਡਾ ਸਪੋਰਟ। ਇਹ ਬਹੁਤ ਜ਼ਰੂਰੀ ਆ। ਗਿਆਨੀ ਹਰਪ੍ਰੀਤ ਸਿੰਘ ਜੀ, ਤੁਹਾਨੂੰ ਅਸੀਂ ਮਿਲੇ ਵੀ ਸੀਗੇ, ਇਹ ਜਿਹੜਾ ਭਈ ਕਿਸਾਨਾਂ ਦਾ ਅੰਦੋਲਨ ਆ, ਇਹਦੇ ਵਿੱਚ ਜਾ ਕੇ ਤੁਸੀਂ ਫੁੱਲ ਸਪੋਰਟ ਕਰੋ। ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰਿਫੋਰਮ ਕੀਤਾ, ਇੱਕ ਲਹਿਰ ਸ਼ੁਰੂ ਕੀਤੀ ਕਿਸਾਨਾਂ ਲਈ, ਅੱਜ ਉਹੀ ਕਿਸਾਨ 300 ਸਾਲ ਬਾਅਦ ਉਹ ਬੈਠੇ ਮੋਹਰੇ ਜਾ ਕੇ ਦਿੱਲੀ ਦੇ ਤਖਤ ਦੇ ਨਾਲ ਮੋਹਰੇ ਪਈ, ਤੁਸੀਂ ਸਾਡੇ ਨਾਲ ਬੇਇਨਸਾਫੀ ਫੇਰ ਕਰ ਰਹੇ ਆ। ਜਿਹੜੇ ਉਸ ਵੇਲੇ ਵੱਡੇ ਵੱਡੇ ਜ਼ਮੀਨਦਾਰ ਸੀਗੇ, ਉਹ ਹੁਣ ਅੰਬਾਨੀ ਵਰਗੇ ਵਾਪਸ ਆ ਰਹੇ ਆ। ਉਹਦਾ ਚੈਲੰਜ ਤੁਸੀਂ ਕਰ ਸਕਦੇ ਆ ਓਪਨਲੀ ਭਈ ਨਹੀਂ, ਸਾਨੂੰ ਇਹ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਆਪਣੇ ਕਿਸਾਨਾਂ ਨਾਲ, ਪੰਜਾਬ ਨਾਲ, ਅਸੀਂ ਨਹੀਂ ਕਹਿੰਦੇ ਇਕੱਲੇ ਸਿੱਖਾਂ ਨਾਲ ਖੜ੍ਹੇ ਹੋਵੋ, ਅਸੀਂ ਕਹਿੰਦੇ ਸਾਰੇ ਪੰਜਾਬ ਨਾਲ, ਸਾਰੇ ਹਰਿਆਣੇ ਨਾਲ, ਹਰ ਇੱਕ ਕਿਸਾਨ ਨਾਲ, ਹਰ ਇੱਕ ਕਿਸਾਨ ਜਿੱਥੋਂ ਮਰਜ਼ੀ ਇੰਡੀਆ ਤੋਂ ਆਇਆ ਹੋਵੇ, ਤੁਸੀਂ ਉਹਨਾਂ ਖੜ੍ਹੇ ਹੋਵੋ, ਕਿਉਂਕਿ ਉਹ ਆਮ ਕਿਸਾਨ, ਉਹਦਾ ਫਿਊਚਰ ਆ, ਉਹਨਾਂ ਦਾ ਕੀ ਬਣੂਗਾ ਭਈ 50 ਸਾਲ, 60 ਸਾਲ, 20 ਸਾਲ, 15 ਸਾਲ ਬਾਅਦ। ਸੋ ਇਹ ਤੁਹਾਡਾ ਫਰਜ਼ ਬਣਦਾ ਭਈ ਤੁਸੀਂ ਉਹਨੂੰ ਸਪੋਰਟ ਦੇਵੋ। ਤੁਹਾਡੇ ਨਾਲ ਸਾਰੀ ਸੰਗਤ ਜੁੜੂਗੀ ਹੋਰ ਭਈ ਸਾਨੂੰ ਮਾਣ ਆ ਭਈ ਸਾਡੇ ਜਥੇਦਾਰ ਸਾਹਿਬ ਸਾਡੇ ਕਿਸਾਨਾਂ ਨੂੰ ਸਪੋਰਟ ਕਰ ਰਹੇ ਆ। ਇੱਕ ਜਿਹੜਾ ਤੁਹਾਨੂੰ ਮੈਂ ਐਗਜ਼ਾਮਪਲ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ, ਇਹ ਐਗਜ਼ਾਮਪਲ ਇਹ ਸਾਡਾ ਹਿਸਟੋਰੀਕਲ ਇਤਿਹਾਸਿਕ ਐਗਜ਼ਾਮਪਲ ਆ। ਅਸੀਂ ਹਰ ਵਾਰੀ ਉਹਨਾਂ ਨਾਲ ਖੜ੍ਹੇ ਹੁੰਦੇ ਆ ਜਿਹੜੇ ਭਈ ਇੱਦਾਂ ਦਬਾਏ ਜਾਂਦੇ ਆ। ਅੱਜ ਉਹੀ ਕਿਸਾਨ ਦਿੱਲੀ ਦੇ ਵਿੱਚ ਠੰਡ 'ਚ ਬੈਠੇ, ਮੀਂਹ 'ਚ ਬੈਠੇ, ਕਿੰਨੀ ਸਰਦੀ, ਕਿੰਨੇ ਔਖੇ ਸਮੇਂ 'ਚ ਬੈਠੇ ਆ, ਤੁਹਾਨੂੰ ਉਡੀਕਦੇ ਆ। ਸਿੱਖ ਸਿਧਾਂਤ 'ਤੇ ਸਰਬੱਤ ਦਾ ਭਲਾ ਆ, ਸਰਬੱਤ ਦਾ ਭਲੇ 'ਤੇ ਇਨਸਾਨੀਅਤ ਆ। ਇਨਸਾਨੀਅਤ 'ਤੇ ਇਹ ਕਿਸਾਨਾਂ ਦਾ ਜੰਗ ਲੱਗਾ ਜਿਹੜਾ ਸੰਘਰਸ਼ ਆ, ਇਨਸਾਨੀਅਤ 'ਤੇ ਚੱਲ ਰਿਹਾ ਹੈ, ਇਨਸਾਨੀਅਤ ਤੌਰ 'ਤੇ। ਤਾਂ ਹੀ ਉੱਥੇ ਲੰਗਰ ਚੱਲ ਰਹੇ, ਸੇਵਾ ਚੱਲ ਰਹੀ ਉਹਨਾਂ ਦੀ, ਕਿਉਂਕਿ ਜੇ ਕੋਈ ਅਸੀਂ ਨਾ ਉਹਨਾਂ ਖੜ੍ਹੇ ਹੋਏ ਇਸ ਵੇਲੇ, ਉਹਨਾਂ ਕੌਣ ਖੜ੍ਹੇ ਹੋਊਗਾ। ਸੋ ਸਾਡੀ ਬੇਨਤੀ ਆ ਭਈ ਜਥੇਦਾਰ ਸਾਹਿਬ ਤੁਸੀਂ ਜ਼ਰੂਰ ਪਹੁੰਚੋ, ਆਪਣੇ ਬਿਆਨ ਦੇਵੋ ਭਈ ਤੁਸੀਂ ਸੰਗਤ ਦੇ ਨਾਲ ਆ ਅਤੇ ਇਹ ਜਿਹੜਾ ਭਈ ਅੰਦੋਲਨ ਨੂੰ ਸਪੋਰਟ ਕਰਦੇ ਆ। ਅਤੇ ਜਿੱਥੇ ਵੀ ਕੋਈ ਕਿਸਾਨ ਨੂੰ, ਕੋਈ ਗਰੀਬ ਹੋਵੇ, ਕੋਈ ਲੋੜ ਹੋਵੇ, ਅਸੀਂ ਤੁਹਾਡੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰਾਂਗੇ। ਪਰ ਇਹ ਅਸੀਂ ਕਹਿ ਨਹੀਂ ਸਕਦੇ ਭਈ ਇਹ ਸਿੱਖਾਂ ਨਾਲ, ਕੋਈ ਧਰਮ ਦਾ ਕੋਈ ਸਿਧਾਂਤ ਨਹੀਂ, ਕੋਈ ਲਿੰਕ ਨਹੀਂ ਗਾ। ਸਿੱਖਾਂ ਨਾਲ ਇਨਸਾਨੀਅਤ ਦਾ ਲਿੰਕ
ਬਹੁਤ ਵੱਡੀ ਆ। ਸੋ ਤੁਸੀਂ ਹੌਸਲਾ ਦੇਵੋ, ਮੋਹਰੇ ਆ ਕੇ ਇਹਨਾਂ ਨੂੰ ਓਪਨਲੀ ਸਪੋਰਟ ਕਰੋ। ਸੰਗਤ ਤੁਹਾਡੇ ਨਾਲ ਆ, ਪਰ ਸਾਨੂੰ ਇਹ ਕਹ ਲਓ ਭਈ ਦਿਲ ਸਾਡੇ ਕਾਫੀ ਦੁਖਦੇ ਪਈ ਜਦੋਂ ਸਾਡੇ ਆਪਣੇ ਲੀਡਰਸ਼ਿਪ ਸਾਨੂੰ ਕਹਿੰਦੇ ਆ ਭਈ ਅਸੀਂ ਇੰਟਰਵੀਨ ਨਹੀਂ ਕਰ ਸਕਦੇ ਕਿਉਂਕਿ ਸਿੱਖੀ ਨਾਲ ਕੋਈ ਇਹਨਾਂ ਦਾ ਸੰਬੰਧ ਨਹੀਂਗਾ। ਇਹ ਸਾਰਾ ਸਿੱਖੀ 'ਤੇ ਚੱਲ ਰਿਹਾ, ਇਸ ਵੇਲੇ ਲੰਗਰ ਸਾਰਾ ਕੁਛ ਸਪੋਰਟ ਸਾਰਾ ਚੱਲ ਰਿਹਾ ਸਾਡੇ ਨੌਜਵਾਨਾਂ ਦਾ, ਬਜ਼ੁਰਗਾਂ ਦਾ। ਸਾਰਾ ਫਿਊਚਰ, ਪੰਜਾਬ ਦਾ ਫਿਊਚਰ ਇਹਦੇ ਉੱਪਰ ਆ। ਸੋ ਫਿਊਚਰ ਵਿੱਚ ਅਸੀਂ ਕਿੱਦਾਂ ਵਾਪਸ ਦੇਖਾਂਗੇ 20 ਸਾਲ ਬਾਅਦ ਵੀ ਸਾਨੂੰ ਕਿਹਨੇ ਸਪੋਰਟ ਦਿੱਤਾ, ਕਿਹਨੇ ਨਹੀਂ ਸਪੋਰਟ ਦਿੱਤਾ, ਉਹਦੇ ਵਿੱਚ ਜੱਜਮੈਂਟ ਜ਼ਰੂਰ ਹੋਏਗੀ। ਜਦੋਂ ਜੱਜਮੈਂਟ ਹੋਊਗੀ ਵੀ ਤੁਹਾਡਾ ਸਪੋਰਟ ਕਿੱਦਾਂ ਮਿਲਿਆ ਨਹੀਂ ਮਿਲਿਆ, ਉਹਦੇ ਵਿੱਚ ਆਊਗਾ। ਸੋ ਤੁਸੀਂ ਜ਼ਰੂਰ ਜਾ ਕੇ ਮਿਲੋ ਓਪਨਲੀ ਜਾ ਕੇ। ਅਸੀਂ ਤੁਹਾਡੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਵੀ ਤੁਸੀਂ ਟਾਈਮ ਕੱਢਦੇ ਹਾਂ, ਅਤੇ ਅਸੀਂ ਹੋਰ ਵੀ ਧੰਨਵਾਦੀ ਹੋਵਾਂਗੇ ਵੀ ਜੇ ਤੁਸੀਂ ਦਿੱਲੀ ਜਾ ਕੇ ਸੰਗਤ ਨਾਲ ਜਾ ਕੇ ਉੱਥੇ ਬਹਿ ਕੇ ਲੰਗਰ ਛਕੋਗੇ, ਆਪਣਾ ਓਪਨਲੀ ਸਪੋਰਟ ਕਰੋਗੇ ਜਾ ਕੇ। ਸੋ ਸਾਡੇ ਵੱਲੋਂ ਸਾਡੀ ਸੰਗਤ ਸਾਰੇ ਭਾਈ ਜਿਹੜੇ ਭਾਈ UK 'ਚ ਬਾਹਰ ਵੀ ਬੈਠੇ ਆ, ਜਿਹੜੇ ਸੰਗਤ ਸਪੋਰਟ ਕਰਦੀ ਹੈ ਇਸ ਅੰਦੋਲਨ ਨੂੰ, ਉਹਨੂੰ ਇਹ ਆਸ ਆ ਵੀ ਤੁਸੀਂ ਜ਼ਰੂਰ ਅੰਦੋਲਨ 'ਤੇ ਪਹੁੰਚ ਕੇ ਖੁੱਲ੍ਹੇ ਤਰ੍ਹਾਂ ਸਪੋਰਟ ਕਰੋਗੇ ਇੱਕ ਜਥੇਦਾਰੀ ਤੌਰ 'ਤੇ। ਸੋ ਤੁਹਾਡਾ ਬਹੁਤ ਧੰਨਵਾਦ। ਅਤੇ ਅਸੀਂ ਇਹ ਸਾਡੀ ਆਸ ਆ ਵੀ ਤੁਸੀਂ ਇੱਕ ਸਾਡੀ ਇਹ ਰਿਕੁਐਸਟ ਆ ਅਤੇ ਤੁਸੀਂ ਫਰਮਾਇਸ਼ ਇਹ ਪੂਰੀ ਕਰ ਦੋਗੇ ਅਤੇ ਤੁਸੀਂ ਓਪਨਲੀ ਸਪੋਰਟ ਕਰੋਗੇ ਕਿਸਾਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।